ਕਰੀ ਜਾਂਦੀ ਆ ਇਦਾਂ ਹੀ ਕਰੀ ਜਾਂਦੀ ਆ ਜਦੋਂ ਦੇ ਅਸੀਂ ਦੇਖ ਰਹੇ ਆ ਹਿੰਦੀ ਬੋਲਦੀ ਗਰਮ ਮੈਂ ਫੜ ਕੇ ਕਰਦੇ ਪਿੱਛੇ ਫੜ ਲਾ ਵੀਰੇ ਮਾਤਾ ਜੀ ਫੜਿਓ ਭਾਈ ਪਾਸੇ ਤੋਂ ਨਾਮ ਕਿਆ ਤੁਹਾਡਾ यहाँ पर रहने ਇਹ ਸੜਕ ਤੇ ਘੁੰਮਦੀ ਆ ਇਹ ਜਿਉਂਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਵੀਰਾਂ ਨੇ ਸਾਨੂੰ ਕਾਲ ਕੀਤੀ ਤੇ ਉਹ ਦੁਪਹਿਰ ਦੇ ਵੀਰ ਆ ਮਾਤਾ ਜੀ ਉਹਨਾਂ ਨੂੰ ਆਪਣੀ ਮੰਮੀ ਉਹਨਾਂ ਨੂੰ ਵੀਰੇ ਜਗ੍ਹਾ ਛੱਡ ਦਿਓ ਯਾਰ ਇਹਦੇ ਮਗਰ ਘੁੰਮ ਰਹੇ ਆ ਦੇ ਦੋ ਸਾਈਡ ਦੇ ਦੋ ਪਲੀਜ਼ ਕਾ ਤੋਂ ਵੀਰੇ ਮੜੇ ਇਹ ਨੀਤੂ ਭੈਣ ਆ ਸਾਡੀ ਅੱਜ ਤੋਂ ਕਰੀਬ 2 ਸਾਲ ਪਹਿਲਾਂ ਭੈਣ ਸਾਨੂੰ ਲੁਧਿਆਣੇ ਤੋਂ ਮਿਲੇ ਸੀ ਦਿਮਾਗੀ ਬਹੁਤ ਜ਼ਿਆਦਾ ਅਪਸੈਟ ਸੀ ਕਿਉਂਕਿ ਉਸ ਟਾਈਮ ਵੀ ਭੈਣ ਦੀ ਬੇਟੀ ਦੀ ਡੈਥ ਹੋ ਗਈ ਸੀ ਘਰ 'ਚ ਕਲੇਸ਼ ਬਹੁਤ ਰਹਿੰਦਾ ਸੀ ਇਹ ਮੈਂਟਲੀ ਡਿਸਟਰਬ ਹੋ ਗਈ ਸੜਕਾਂ ਤੇ ਬਹੁਤ ਮਾੜੇ ਹਾਲਾਤਾਂ 'ਚ ਫਿਰਦੇ ਸੀ ਉਸ ਤੋਂ ਬਾਅਦ ਭੈਣ ਨੂੰ ਅਸੀਂ ਲੈ ਕੇ ਆਏ ਫਿਰ ਇਹਦਾ ਘਰ ਲੱਭ ਗਿਆ ਇਹਦੇ ਹਸਬੈਂਡ ਤੇ ਬੇਟਾ ਸਾਡੇ ਕੋਲੇ ਆ ਗਏ ਉਸ ਤੋਂ ਬਾਅਦ ਲੋਕਡਾਊਨ ਸ਼ੁਰੂ ਹੋ ਗਿਆ ਸਾਡੇ ਕੋਲੇ ਫਿਰ ਇਹ ਰਹੇ ਕਰੀਬ 8-9 ਮਹੀਨੇ ਇਹ ਤਿੰਨੋਂ ਜਾਣੇ ਇਹਨਾਂ ਦੇ ਹਸਬੈਂਡ ਸਦਾਸ਼ੂ ਆਦਿ ਤੇ ਨੀਤੂ ਭੈਣ ਰਹੇ ਉਸ ਤੋਂ ਬਾਅਦ ਠੀਕ ਹੋ ਕੇ ਬਿਲਕੁਲ ਨਾਰਮਲ ਹੋ ਕੇ ਨੀਤੂ ਭੈਣ ਘਰੇ ਚਲੇ ਗਏ ਘਰੇ ਜਾਣ ਤੋਂ ਬਾਅਦ ਇਹਦੀ ਦਵਾਈ ਪੈਣਾ ਬੰਦ ਹੋ गई मेडिसिन बंद होना फिर ये मेंटली डिस्टर्ब होगी फिर दोबारा तो फिर बेटी 3 महीने की थी किनकी नीतू की जो पहले बारिश का दिमाग की प्रॉब्लम हुआ 3 महीने की लड़की इसकी ख़त्म हो गई तब इसके हाथ पैर बांधे हुए थे घर में तब से इसका दिमाग अपसेट हो गया था तब से ये तबीयत खराबी हुई इसकी खराबी हुई फिर ये अपने घर थी कुछ दिन वहाँ कुछ दिन यहाँ आते जाते रही फिर इसको उन्होंने पता नहीं घर में लड़ाई हुई दंगा हुआ ये शिमलापुरी मिली भैया को शिमलापुरी मिली वहाँ अस्पताल यहाँ ले आए यहाँ इलाज किया 5-6 महीने इलाज किया यहाँ फिर इसका आदमी यहाँ रहा लॉकडाउन के टाइम में वो भी ये भी रही वो भी फिर ये तीनों वहाँ घर में हमारे घर उत्तराखंड में सितारगंज में रहते हैं हम वहाँ छोड़ी आए थे फिर कुछ दिन तो इसने दवाई खाई सही थी दवाई खाती नहीं थी फेंक देती थी फिर इसने कहा मैं मोटी होते जा रही हूँ इसने दवाइयाँ छोड़ दी फिर इसको अब के फिर थोड़ा करके फिर इसकी वही प्रॉब्लम फिर आ गई मार धाड़ करना फेंका फांकी बच्चे को भी मारना फिर मैंने बच्चा तो अपने पास रख लिया फिर मैं इस बार इसको ले आई 3-4 बार तैयार हुई ये बोली मैं नहीं जाऊँगी फिर परसों मंगलवार को हम आए यहाँ तो ये अपने आप तैयार होके आ गई मैं हसनपुर जाऊँगी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਹੈਗਾ ਜੀ ਅਦਿੱਤਿਆ ਜੋਸ਼ੀ ਅਦਿੱਤਿਆ ਚੰਦੋਲਾ ਤੇ ਇਹ ਭੈਣ ਬੈਠੀ ਹੈ ਸਾਡੀ ਨੀਤੂ ਜੋਸ਼ੀ ਇਹ ਮਾਤਾ ਜੀ ਬੈਠੇ ਨੇ ਗੰਗਾ ਜੋਸ਼ੀ ਨੀਤੂ ਭੈਣ ਨੂੰ ਤਾਂ ਤੁਸੀਂ ਪਛਾਣ ਹੀ ਲਿਆ ਹੋ ਨੀਤੂ ਭੈਣੇ ਤੁਸੀਂ ਕਿੰਨੇ ਟਾਈਮ ਬਾਅਦ ਆਏ ਹੋ ਵਾਪਸ ਹੁਣ ਸਾਡੇ ਕੋਲੇ ਵਾਪਸ ਇਹ ਭੈਣ ਸਾਨੂੰ ਮਿਲੀ ਸੀ ਜੀ 19 ਤਰੀਕ ਨੂੰ ਫਰਵਰੀ ਨੂੰ 2020 ਚ ਲੁਧਿਆਣੇ ਤੋਂ ਸ਼ਿਮਲਾਪੁਰੀ ਏਰੀਏ ਤੋਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿਹੜੇ ਹਾਲਾਤਾਂ 'ਚ ਮਿਲੀ ਸੀ ਉਸ ਟਾਈਮ ਭੈਣ ਹੈ ਨਾ ਛੋਟੀ ਜਿਹੀ ਅਸੀਂ ਵੀਡੀਓ ਵੀ ਮੂਹਰੇ ਅਟੈਚ ਕੀਤੀ ਉਸ ਤੋਂ ਬਾਅਦ ਇਹ ਭੈਣ ਦੇ ਘਰ ਵਾਲੇ ਬਾਰੇ ਸਾਨੂੰ ਜਦੋਂ ਪਤਾ ਲੱਗਿਆ 10-12 ਦਿਨਾਂ ਬਾਅਦ ਵੀ ਉਹ ਇੱਥੇ ਡਿਊਕ ਕੰਪਨੀ 'ਚ ਜੋਬ ਕਰਦਾ ਵਾ ਵੀਰਾ ਸੰਦਾਸ਼ੂ ਫਿਰ ਇਹ ਭੈਣ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਸ਼ਿਮਲਾਪੁਰੀ ਤੋਂ ਸੜਕ ਤੋਂ ਮਿਲੇ ਸੀ ਉੱਥੋਂ ਸਾਨੂੰ ਕਾਲ ਆਈ ਉਹਨਾਂ ਨੇ ਦੱਸਿਆ ਵੀ ਇੱਕ ਟੀਚਰ ਆ ਭੈਣ ਉਹ ਕਹਿੰਦੀ ਮੈਂ ਪੜ੍ਹਾਉਂਦੀ ਹਾਂ ਬੱਚਿਆਂ ਨੂੰ ਵੀ ਇੰਗਲਿਸ਼ ਦੇ ਵਿੱਚ ਵੀ ਬੋਲਦੀ ਆ ਵੀ ਪਰ ਦਿਮਾਗੀ ਤੌਰ 'ਤੇ ਠੀਕ ਨਹੀਂ ਵੀ ਬਹੁਤ ਮਾੜੇ ਹਾਲਾਤ ਆ ਬੜੇ ਗੰਦੇ ਕੱਪੜੇ ਪਾਏ ਆ ਤਾਂ ਅਸੀਂ ਉੱਥੇ ਗਏ ਭੈਣ ਨੂੰ ਜਾ ਕੇ ਲੈ ਕੇ ਆਏ ਨੀਤੂ ਨੂੰ ਫਿਰ ਇਹਦੀ ਭੈਣ ਦੀ ਇੱਥੇ ਦਵਾਈ ਚੱਲੀ ਥੋੜ੍ਹੀ ਦਵਾਈ ਚੱਲਣ ਤੋਂ ਬਾਅਦ 5-7 ਦਿਨਾਂ 'ਚ ਇਹਨੂੰ ਥੋੜ੍ਹੀ ਹੋਸ਼ ਜੀ ਆਈ ਫਿਰ ਇਹਨੇ ਦੱਸਿਆ ਵੀ ਮੇਰੇ ਹਸਬੈਂਡ ਇੱਥੇ ਕੰਮ ਕਰਦੇ ਆ ਫਿਰ ਅਸੀਂ ਉੱਥੇ ਪਤਾ ਕੀਤਾ ਤਾਂ ਫਿਰ ਇਹਨਾਂ ਦੇ ਹਸਬੈਂਡ ਦਾ ਨੰਬਰ ਮਿਲਿਆ ਉਹਦੇ ਨਾਲ ਸੰਪਰਕ ਹੋਇਆ ਫਿਰ ਸਦਾਸ਼ੂ ਤੇ ਆਦਿ ਸਾਡੇ ਕੋਲੇ ਆਏ ਸੀ ਦੋਨੋਂ ਜਾਣੇ ਭੈਣ ਦਾ ਜਦੋਂ ਘਰ ਲੱਭਿਆ ਸਾਨੂੰ ਬੜੀ ਖੁਸ਼ੀ ਹੋਈ ਤਾਂ ਫਿਰ ਨੀਤੂ ਭੈਣ ਸਾਡੇ ਕੋਲੇ 16/10/2020 ਤੱਕ ਰਹੇ ਮਤਲਬ 19/2/20 ਤੱਕ ਨੂੰ ਮਿਲੇ ਤੇ 16/10/20 ਨੂੰ ਇਹ ਗਏ ਮਤਲਬ ਕਰੀਬ 8 ਮਹੀਨੇ ਰਹੇ ਬਿਲਕੁਲ ਠੀਕ ਹੋ ਗਏ ਭੈਣ ਬੱਚਿਆਂ ਨੂੰ ਇੱਥੇ ਪੜ੍ਹਾਉਂਦੇ ਸੀ ਆਪਣੇ ਆਪ ਸਾਡੇ ਨਾਲ ਪੂਰੀ ਸੇਵਾ ਕਰਾਉਂਦੇ ਜੋ ਕਰ ਸਕਦੇ ਸੀ ਬਿਲਕੁਲ ਨਾਰਮਲ ਹੋ ਗਏ ਸੀਗੇ ਇਹਨਾਂ ਦੇ ਮਦਰ ਗੰਗਾ ਜੋਸ਼ੀ ਇਹ ਉੱਥੇ ਰਹਿੰਦੇ ਸੀ ਉੱਤਰਾਖੰਡ ਦੇ ਵਿੱਚ ਹਲਦਵਾਨੀ
ਤੇ ਫਿਰ ਇਹਨਾਂ ਦੇ ਜਿਹੜੇ ਹਸਬੈਂਡ ਸੀਗੇ ਉਹ ਕਹਿੰਦੇ ਵੀ ਮੈਂ ਲੈ ਕੇ ਜਾਣਾ ਆਪਣੀ ਵਾਈਫ ਨੂੰ, ਵੀ ਮੈਂ ਠੀਕ ਹੈ ਬਿਲਕੁਲ, ਮੈਂ ਦਵਾਈ ਆ ਕੇ ਲੈ ਜਾ ਕਰੂੰ ਮਹੀਨੇ ਦੇ ਮਹੀਨੇ। ਚਲੋ ਕਿਉਂਕਿ ਤੁਹਾਨੂੰ ਵੀ ਪਤਾ 2020 ਦੇ ਵਿੱਚ ਲੋਕਡਾਊਨ ਲੱਗਿਆ ਹੋਇਆ ਸੀ। ਫਰਵਰੀ 'ਚ ਭੈਣ ਮਿਲੀ ਸੀ ਸਾਨੂੰ, ਮਾਰਚ ਦੇ ਵਿੱਚ ਜਾ ਕੇ ਲੋਕਡਾਊਨ ਲੱਗ ਗਿਆ। ਮਹੀਨੇ ਕੁ ਬਾਅਦ ਫਿਰ ਲੋਕਡਾਊਨ ਦਾ ਸਮਾਂ ਕਰੀਬ 2 2.5 3 ਮਹੀਨੇ 4 ਮਹੀਨੇ ਇੱਥੇ ਹੀ ਰਹੇ ਤਿੰਨੋਂ ਜਾਣੇ। ਫਿਰ 10ਵੇਂ ਮਹੀਨੇ ਜਾ ਕੇ ਇਹ ਭੈਣ ਆਪਣੇ ਹਸਬੈਂਡ ਦੇ ਨਾਲ ਇੱਥੋਂ ਚਲੇ ਗਏ। ਉਸ ਤੋਂ ਬਾਅਦ ਫਿਰ ਇਹ ਦਵਾਈ ਲੈਣ ਵੀ ਨਹੀਂ ਆਏ। ਫਿਰ ਅਸੀਂ ਬੜੀ ਵਾਰੀ ਫੋਨ ਵੀ ਕੀਤਾ, ਇੱਕ ਵਾਰੀ ਆਏ ਦਵਾਈ ਲੈਣ, ਦੂਜੀ ਵਾਰੀ ਫਿਰ ਨਹੀਂ ਆਏ। ਫਿਰ ਫੋਨ ਕੀਤਾ, ਫਿਰ ਇਹਦੇ ਹਸਬੈਂਡ ਕਹਿਣ ਲੱਗ ਗਏ ਵੀ ਉਹ ਤਾਂ ਆਪਣੀ ਮਾਂ ਕੋਲ ਚਲੇ ਗਈ ਹੈ ਉੱਥੇ ਹਲਦਵਾਨੀ ਉੱਤਰਾਖੰਡ। ਉੱਥੇ ਕੋਸ਼ਿਸ਼ ਕੀਤੀ ਕਿਉਂਕਿ ਇੱਕ ਲਗਾਵ ਹੋ ਜਾਂਦਾ, ਸਾਨੂੰ ਪਤਾ ਸੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਵੀ ਜੇ ਨੀਤੂ ਭੈਣ ਦੀ ਦਵਾਈ ਬੰਦ ਹੋ ਗਈ, ਡਾਕਟਰ ਵੀ ਕਹਿ ਰਹੇ ਸੀ ਵੀ ਫਿਰ ਉੱਦਾਂ ਹੀ ਹੋ ਜੂਗੀ ਇਹ, ਪਰ ਸਾਡਾ ਕੋਈ ਸੰਪਰਕ ਨਹੀਂ ਹੋਇਆ। ਹੁਣ ਭੈਣ ਇਹ ਸਾਡੇ ਕੋਲੇ ਪਹੁੰਚੀ, ਉਹਦੇ ਮਦਰ ਨਾਲ ਆਏ ਨੇ ਗੰਗਾ ਜੋਸ਼ੀ। ਆਦੀ ਵੀ ਕਿੱਡਾ ਵੱਡਾ ਹੋ ਗਿਆ, ਇਹਦੀ ਪੜ੍ਹਾਈ ਵੀ ਬੰਦ ਆ। ਨੀਤੂ ਭੈਣ ਦੀ ਵੀ ਤੁਸੀਂ ਦੇਖਦੇ ਹੋ ਦੁਬਾਰਾ ਤੋਂ ਕੰਡੀਸ਼ਨ ਫਿਰ, ਕਿਉਂਕਿ ਦਵਾਈ ਬੰਦ ਹੋ ਗਈ, ਘਰ ਦੀਆਂ ਸਮੱਸਿਆਵਾਂ ਸ਼ੁਰੂ ਹੋ ਗਈਆਂ, ਹਸਬੈਂਡ ਨੇ ਛੱਡਤਾ। ਉਹ ਐਡਾ ਪਤਾ ਨਹੀਂ, ਉਹਦਾ ਅਸੀਂ ਫੋਨ ਵੀ ਲਾਇਆ ਸੀ, ਗੱਲ ਨਹੀਂ ਹੋ ਪਾਈ। ਉਹ ਐਡਾ ਮਾੜਾ ਬੰਦਾ ਵਾ ਵੀ ਉਹ ਆਪਣੇ ਬੱਚੇ ਦੀ ਵੀ ਪਰਵਾਹ ਨਹੀਂ ਕਰ ਰਿਹਾ। ਇਹਦੀ ਪੜ੍ਹਾਈ ਖਰਾਬ ਹੋਈ ਪਈ ਆ, ਇਹਨੂੰ ਜਨਮ ਪ੍ਰਮਾਣ ਪੱਤਰ ਚਾਹੀਦਾ। ਨਾਨੀ ਕਹਿੰਦੀ सर्टिफिकेट तो इसके पापा के पास है। ਪਾਪਾ मैंने फोटो स्टेट तो मोबाइल में रख दिया, लेकिन मैं उनसे ये तो मैंने यहाँ आकर के उनको वो दे जाए। ਆ नहीं ਰਿਹਾ। नहीं आ रहे, पता नहीं वहाँ पे ये नहीं आ रहा, यही बुलाओ, इनका नंबर ਤੇ ਫਿਰ ਹੁਣ ਨੀਤੂ ਭੈਣ ਦੀ ਵੀ ਦੁਬਾਰਾ ਤੋਂ ਦਵਾਈ ਸਟਾਰਟ ਕਰਵਾਈ ਆ ਹੁਣ ਅਸੀਂ, ਹੈ ਨਾ। 82 वाला नहीं, दूसरा नहीं। ਤੇ ਹੁਣ ਨੀਤੂ ਭੈਣ ਨੂੰ ਟ੍ਰੀਟਮੈਂਟ ਦੀ ਬਹੁਤ ਲੋੜ ਆ। ਹੁਣ ਇਹਦੇ ਮਦਰ ਕਹਿੰਦੇ ਆ ਵੀ ਮੇਰੇ ਪਿੱਛੇ ਔਖਾ, ਮੈਂ ਰਹਿ ਨਹੀਂ ਸਕਦੀ, ਵੀ ਉੱਥੇ ਛੋਟੇ ਛੋਟੇ ਪੌਦੇ ਲੱਗਿਆ ਘਰੇ, ਉਹ ਸੁੱਕ ਜਾਣਗੇ। ਹੋਰ ਚਲੋ ਹਰ ਬੰਦੇ ਦੀ ਸਮੱਸਿਆ, ਕਿਉਂਕਿ ਏਜ ਵੀ ਆ, ਸੀਨੀਅਰ ਸਿਟੀਜ਼ਨ ਨੇ। ਤਾਂ ਇੱਕ ਮਿੰਟ ਨੀਤੂ ਭੈਣ, ਇੱਕ ਮਿੰਟ ਕਰਦੇ ਕੋਈ। ਤੇ ਨੀਤੂ ਭੈਣ ਦੀਆਂ ਵੀ ਜਾਣੀ ਕਿ ਹੈ ਨਾ ਜਿਹੜੀਆਂ ਗੱਲਬਾਤ ਕਰਨ ਅਗਰੈਸਿਵ ਹੋਣਾ ਜਾਂ ਹੋਰ, ਉਸ ਤੋਂ ਵੀ ਮਾਤਾ ਡਰਦੀ ਆ। ਪਰ ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਮਾਤਾ ਦਾ ਵੀ ਜਿਹੜੀ ਉੱਥੋਂ ਹਲਦਵਾਨੀ ਤੋਂ ਇੱਥੇ ਤੱਕ ਲੈ ਆਈ ਆਪਣੀ ਬੇਟੀ ਨੂੰ, ਹੈ ਨਾ। ਤੇ ਇਹਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਦਵਾਈਆਂ ਵਗੈਰਾ ਦਵਾਉਣ ਦੀਆਂ, ਮੈਂ ਨਹੀਂ ਖਾਂਦੇ ਸੀ। ਉੱਥੇ ਘਰ ਵੀ ਲੈ ਕੇ ਦਿੱਤਾ। ਇਹ ਕਿੰਨਾ ਟਾਈਮ ਉਦੋਂ ਤੋਂ 2020 ਤੋਂ ਲੈ ਕੇ ਤੁਹਾਡੇ ਕੋਲ ही है? हमसे 1.5-2 किलोमीटर दूर। नहीं कब चले गए थे आपके पास वहाँ? यहाँ से जाने के बाद तुरंत जाने वहीं के छोड़ बाद के आया। यहाँ से जाने के बाद 1-2 महीने काम किया मैंने कंपनी में, अच्छा। ठीक है। फिर उसके बाद फिर आई, फिर आदू को लेके गई वहाँ, फिर आई, फिर 2-3 बार गई। उसके बाद फिर मैंने ड्यूटी करी ना वहाँ पे। फिर तो हल्द्वानी चलेगी बहन? ना हल्द्वानी नहीं गई, हाँ, हल्द्वानी अभी गई थी शादी में। शिकारगंज। शिकारगंज वहीं तो इलाका, हाँ, शिकारगंज कहाँ पे है? वही हल्द्वानी से। यानी कि आपके पास ही रहते थे ना? हाँ, यानी कि जहाँ के से लेने के बाद जो इसके पति तुरंत वहाँ छोड़ आए, वो छोड़ी आया, वो न दवाई न कुछ नहीं। उसके बाद इसका स्टडी नहीं चला? स्कूल नहीं? तो पढ़ता है, कहाँ पे? कहीं कहीं स्कूल में, 2-3 स्कूलों में डाल दिया, कभी कहीं कभी कहीं। इसका वहाँ पे ही? वो मांग- उत्तराखंड में? जन्म प्रमाण पत्र जब मांगने लगते फिर छूट जाता था, फिर और स्कूल में ले जाते थे। हाँ, ये मतलब इसने कौन सी क्लास में है जी? ये सेकंड है। तब से ये सेकंड में ही है? सेकंड में नहीं है सर, ये है थर्ड में, इस साल थर्ड में आया है। नहीं बेटा लेकिन ये सेकंड। टेस्ट कौन सी किया क्लास था में बेटा तू? तो स्कूल में फर्स्ट में। कौन सी क्लास में है तू? नहीं ये पास हो गया था वहाँ पे? हाँ, 1 साल उसमें डाला प्राइवेट। आजाद पब्लिक स्कूल डाला, वहाँ पे हिंदी पास हो में। गया था? वहाँ पास हो गया सेकंड में पढ़ना। तो अब इसका पढ़ाई नहीं चल रहा? अभी 3000 की किताबें ली इसने सैली स्कूल की। ये बोली जहाँ 1800 फीस है वहाँ डालो। अब इतना फीस की वो नहीं, फिर वो बोले वो लाओ जन्म प्रमाण पत्र। वो मिला जन्म नहीं? प्रमाण पत्र इसके पापा को फ़ोन किया, वो भेज ही नहीं रहा। हुआ कह रहा मैं बच्चा यहाँ पढ़ाऊँगा अच्छा, उसने भेजा ही नहीं? ना, नहीं भेजा। आज भी फ़ोन किया था, जन्म प्रमाण पत्र का कागज़ ले आओ, हम बना लेंगे। वो आप क्या चाहती हैं भी जी अपने पति के पास रहे, कोई दिक्कत आपको परेशानी है? पति इसका देखेगा ही नहीं, 7 महीने से सोया पड़ा है घर में, काम ही नहीं कर रहा वो खुद गुरुद्वारे की रोटियां खा रहे हैं। राणा साहब, कौन सा? उसकी माँ भी राणा साहब गुरुद्वारा दोराहा, वहाँ उसकी माँ भी सारा परिवार वहाँ की रोटी खाता गुरुद्वारे में। राणा साहब? राणा साहब, हाँ। यहाँ कहीं है बलदोराहा, क्या नाम है गुरुद्वारा का? राणा साहब गुरुद्वारा राणा साहब है, राणा साहब। आप बताओ। दोराहा। वो तो वो सारा परिवार दादी रहती है। दादी वहाँ पे रहती है पापा के पास? हाँ, तो फिर वहाँ तुम क्यों नहीं गए वहाँ? अब मैं को जाएगी
हैं? कोई डायरी ना तब मैं कैसे जाऊँ? ओके, नहीं उन्होंने मम्मा को वहाँ पे रखा नहीं पापा ने? वो किराए पर रहते हैं कहीं। नहीं बेटा इधर देखो, पापा जब तुम जहाँ से गए थे हमारे पास से, उसके बाद तुम कहाँ गए? फिर तो हम पापा के घर 2 दिन रहे, फिर नानी के घर आ गए। नानी के साथ फिर हाँ, इधर देखो मेरी तरफ। हाँ एक बार पापा आए और मम्मी को लेके आए थे। इधर देखो मेरी तरफ। हाँ घर ले गए यहाँ पर और फिर मम्मी यहाँ पर आ गई। फिर आ गई। और फिर वो दादी बताओ तेरे को ना, एक दिन बताओ, एक दिन हम साईं बाबा के मंदिर गई थी और रातों रात पता नहीं क्या हो गया, सुबह में पागल हो गई। पागल हो गई? रातों पता नहीं चला तेरे को कुछ? मैं तो समय सोया था। नानी एक बार आई, फिर दूसरी बार मम्मी से मैंने कहा नानी के पास ले चलो, फिर नानी के पास ले गई और फिर नानी ने चैनल लगा दिया। चैन लगा दिया? इसको चप्पल से मार दे इधर ना धन, फिर मैंने चैनल में ताला मार दिया, भैया तुम मार दे इसको। इसको मार रही थी? इतनी जोर से मोटे मोटे चप्पलों से मारती थी। मैंने फिर इसको भेजा ही नहीं इसके पास, मेरे पास आई। 2 दिन मारती फिर थी कहती, मम्मी? मेरा बच्चा छीन लिया तूने। मम्मी मारती थी? काफी मारते बेटा, बेटा देखो बिना गलती बात के सुनो, मारते थे। आधी बात सुनो, कोई बात नहीं, गलती से मम्मा मारती होती है, कोई बात नहीं। बात सुनो, दादी प्यार करती तेरे को? दादी तो वहाँ पर हाँ प्यार करती दादी? जब तू दादी के पास जाता है दादी प्यार करती है तेरे को? दादी तो दिन भर सोई रहती चारपाई में। चारपाई में सोई रहती थी? तुम दादी की सेवा नहीं करता? वो तो एक कमरा बंद कर देती है, बाहर से कुंडा लगा देती है, उसके अंदर ही कोई नहीं जा पाता है। तो बेटा तुम कहाँ रहना चाहते हो? पापा के पास रहना है? मुझे नहीं पता। मुझे नहीं पता। मम्मा के पास रहना है? मुझे नहीं पता ये सारा। नानी के पास रहना है? मुझे नहीं पता। नानी प्यार करती है तेरे को? हाँ, नानी बहुत प्यार करती है कि नहीं कम? करती है। नानी के पास जब तुम रहते हो ठीक रहते हो? वहाँ पे हाँ, खुश रहते हो? बड़ा होके क्या बनना है तूने? मुझे नहीं पता। देखो घर ਦੀ ਕਲੇਸ਼, ਘਰ ਦੀ ਲੜਾਈ, ਘਰ ਦੇ ਹਾਲਾਤ ਬੱਚੇ ਤੇ ਕਿੰਨਾ ਜ਼ਿਆਦਾ ਡਾਢਾ ਅਸਰ ਕਰਦੇ ਨੇ। ਜਦੋਂ ਪਿਛਲੀ ਵਾਰੀ ਆਦੀ ਆਇਆ ਸੀ ਸਾਡੇ ਕੋਲੇ, ਮੈਂ ਇਹਨੂੰ ਪੁੱਛਿਆ ਸੀ ਆਦੀ ਕੀ ਬਣਨਾ ਵਾ ਤੂੰ? ਆਦੀ ਤੈਨੂੰ ਯਾਦ ਆ ਤੂੰ ਕੀ ਕਿਹਾ ਸੀ ਮੈਨੂੰ? मैं को ਨਹੀਂ ਤੂੰ ਤੈਨੂੰ ਯਾਦ ਆ ਆਦੀ ਨੇ ਕੀ ਕਿਹਾ ਸੀ ਮੈਂ ਕੀ ਬਣਨਾ ਵੱਡਾ ਹੋ ਕੇ? ये कहता पुलिस ऑफिसर बनना। मैं नहीं तो मैंने कहा था 2 चीज फौजी आज ਬੈਠ ਜਾ ਨੀਤੂ ਭੈਣੇ, ਭੈਣੇ ਬਾਅਦ ਚ ਪੀ ਲਈ ਪਲੀਜ਼। मैं बन गया। ਆਦੀ ਨੇ ਉਦੋਂ ਬਹਿ ਜਾ ਭੈਣੇ, ਬਹਿ ਜਾ ਪਲੀਜ਼, ਬਹਿ ਜਾ, ਇੱਥੇ ਲਿਆਉਂਦੇ ਪਾਣੀ। ਆਦੀ ਨੇ ਕਿਹਾ ਸੀ ਮੈਂ ਪੁਲਿਸ 'ਚ ਭਰਤੀ ਹੋਣਾ, ਮੈਂ ਪੁਲਿਸ ਬਣਨਾ ਤੇ ਮੈਂ ਚੋਰਾਂ ਨੂੰ ਫੜਿਆ ਕਰਨਾ। ਤੇ ਘਰ ਦੇ ਡਿਪਰੈਸ਼ਨ ਨੇ, ਘਰ ਦੇ ਹਾਲਾਤਾਂ ਨੇ, ਮਦਰ ਇਸ ਤਰ੍ਹਾਂ ਵਾ, ਬਾਪੂ ਆਪਦਾ ਡਰੀ ਜਾਂਦਾ ਵਾ, ਆਪਦੀ ਮੰਮੀ ਨੂੰ ਉੱਥੇ ਇਲਾਜ ਕਰਾ ਰਿਹਾ, ਉਹ ਵੀ ਦਾਦੀ ਵੀ ਬਿਮਾਰ ਆ, ਇਹ ਨਾਨੀ ਕੋਲੇ ਰਹਿ ਰਹੇ ਆ। ਨਾਨੀ ਨੇ ਉੱਥੇ ਤੁਹਾਨੂੰ ਘਰ ਵੀ ਲੈਤਾ ਮੁੱਲ, ਚਲੋ ਠੀਕ ਆ, ਪਰ ਬੱਚੇ ਦੇ ਬ੍ਰੇਨ ਤੇ ਕਿੰਨਾ ਜ਼ਿਆਦਾ ਅਸਰ ਪੈ ਰਿਹਾ। ਬੱਚਾ ਆਪਣਾ ਫਿਊਚਰ ਵੀ ਭੁੱਲ ਰਿਹਾ, ਜੋ ਉਹਨੇ ਸੁਪਨੇ ਬੁਣੇ ਸੀ ਉਹ ਵੀ ਟੁੱਟ ਰਹੇ ਨੇ ਉਹਦੇ। ਜੋ ਉਹਨੇ ਸੋਚਿਆ ਸੀ ਵੀ ਮੈਂ ਪੁਲਿਸ ਅਫਸਰ ਬਣੂ, ਮੈਂ ਚੋਰਾਂ ਨੂੰ ਫੜਿਆ ਕਰੂੰ, ਅੱਜ ਉਹ ਭੁੱਲ ਗਿਆ ਉਹ ਗੱਲ। ਆਪਾਂ ਕਈ ਵਾਰੀ ਘਰੇ ਮਾਂ-ਬਾਪ ਲੜਦੇ ਰਹਿੰਦੇ, ਛੋਟੀ ਛੋਟੀ ਗੱਲ ਪਿੱਛੇ ਕਲੇਸ਼ ਰਹਿੰਦਾ ਘਰੇ, ਜਾਂ ਕੋਈ ਸਮੱਸਿਆ ਰਹਿੰਦੀ ਆ, ਠੀਕ ਆ, ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਹੋਣਗੇ ਨਾ, ਪੈਸੇ ਦੀ ਕੋਈ ਸਮੱਸਿਆ ਹੋਊ ਘਰ 'ਚ, ਕੋਈ ਤੁਹਾਨੂੰ ਲਾਸ ਹੋ ਗਿਆ, ਕੁਝ ਹੋ ਗਿਆ, ਪਰ ਉਹਨਾਂ ਚੀਜ਼ਾਂ ਦਾ ਬੱਚਿਆਂ 'ਤੇ ਕਰਨਾ ਅਸਰ ਹੋਣ ਦਿਆ ਕਰੋ। ਇਹ ਵੀਰ ਬਣ ਕੇ ਸਾਰੀਆਂ ਮੇਰੀਆਂ ਭੈਣਾਂ ਨੂੰ ਤੇ ਵੀਰਾਂ ਨੂੰ ਬੇਨਤੀ ਆ, ਹੱਥ ਜੋੜ ਕੇ। ਤੁਸੀਂ ਦੇਖਦੇ ਹੋ ਮੂਵੀਆਂ ਦੇ ਵਿੱਚ ਆਪਾਂ, ਜਾਂ ਉਹਨਾਂ ਦੀਆਂ ਗੋਰੇ ਗੋਰੀਆਂ ਜਦੋਂ ਗੱਲ ਕਰਦੇ ਹੋ ਬੱਚੇ ਨੂੰ ਕਹਿੰਦੇ ਬੇਟਾ ਅੰਦਰ ਚੱਲੋ, ਬੇਟਾ ਉਹਦੇ ਸਾਹਮਣੇ ਕੋਈ ਇਹੋ ਜਿਹੀ ਗੱਲ ਕਰਦੇ ਨਹੀਂ ਜਿਹੜੀ ਉਹਦੇ ਸਾਹਮਣੇ ਨਾ ਕਰਨ ਵਾਲੀ ਹੋਵੇ। ਉਹਦੇ ਲੈਵਲ ਦੀਆਂ ਗੱਲਾਂ ਹੀ ਬੱਚਿਆਂ ਨਾਲ ਕੀਤੀਆਂ ਜਾਂਦੀਆਂ ਜਿਹੜੀ ਲੈਵਲ 'ਚ। ਪਰ ਹੁਣ ਇੱਥੇ ਹੁਣ ਆਦੀ ਉਹ ਸਭ ਕੁਝ ਦੇਖ ਰਿਹਾ ਜੋ ਇਹਨੂੰ ਨਹੀਂ ਦੇਖਣਾ ਚਾਹੀਦਾ ਸੀ। ਨਹੀਂ ਨਹੀਂ ਪੀਓ ਪੀਓ ਬੇਟਾ, ਨਹੀਂ ਨਹੀਂ, ਤੁਸੀਂ ਇਸ ਗੱਲ ਨੂੰ ਸਮਝਿਆ ਕਰੋ। ਇਹ ਕੋਰਾ ਕਾਗਜ਼ ਆ, ਇਹਦੇ ਤੇ ਜੋ ਲਿਖ ਦੋਗੇ ਉਹ ਪੱਕਾ ਹੀ ਛਪ ਜਾਣਾ, ਉਹ ਮਿਟਣਾ ਨਹੀਂ ਕਦੇ ਮੁੜ ਕੇ। ਤੁਹਾਡਾ ਲਿਖਿਆ ਹੋਇਆ ਕੋਰੇ ਕਾਗਜ਼ ਦੇ ਉੱਤੇ ਇੱਕ ਵੀ ਅੱਖਰ ਉਹ ਮਿਟਦਾ ਨਹੀਂ, ਉਹ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਅੱਗੇ ਖੜ ਜਾਣਾ ਉਸ ਚੀਜ਼ ਨੇ ਆ ਕੇ। ਆਦੀ ਵਰਗੇ ਬਹੁਤ ਬੱਚੇ ਨੇ ਜਿਹੜੀਆਂ ਘਰ ਦੀਆਂ ਛੋਟੀਆਂ ਸਮੱਸਿਆਵਾਂ ਨੂੰ
ਮਾਪਿਆਂ ਨੂੰ ਐਂ ਲੱਗਦਾ ਵੀ ਇਹ ਤਾਂ ਕੋਈ ਗੱਲ ਹੀ ਨਹੀਂ ਗੀ, ਲੈ ਫਿਰ ਕੀ ਹੋ ਗਿਆ। ਪਰ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਇਹਨਾਂ ਗੱਲਾਂ ਦਾ। ਇਸੇ ਕਰਕੇ ਅੱਜ ਅਸੀਂ ਫੈਸਲਾ ਲਿਆ ਵੀ ਨੀਤੂ ਭੈਣ ਸਾਡੇ ਕੋਲੇ ਰਹੂਗੀ, ਆਦੀ ਵੀ ਸਾਡੇ ਕੋਲ ਰਹੂਗਾ, ਇਹਦੀ ਸਟੱਡੀ ਸ਼ੁਰੂ ਕਰਾਵਾਂਗੇ ਅਸੀਂ ਬੱਚੇ ਦੀ। ਤੇ ਇਹ ਆਦੀ ਦੇ ਪਾਪਾ ਨਾਲ ਵੀ ਗੱਲ ਕਰਾਂਗੇ ਵੀ ਜੇ ਉਹਨੂੰ ਮਾੜੀ ਮੋਟੀ ਵੀ ਫੁਰਸਤ ਹੋਵੇ ਆਪਣੇ ਰੌਲਿਆਂ ਤੋਂ, ਆਪਣੇ ਗੱਲਾਂ ਚੋਂ, ਆਪਣੀਆਂ ਕੰਮਾਂ ਚੋਂ, ਉਹ ਆਪਣੇ ਵਾਈਫ ਦੀ, ਆਪਣੇ ਬੱਚੇ ਦੀ ਸੁੱਧ ਲਵੇ। ਇਹਦੀ ਪੜ੍ਹਾਈ ਵਿਚਾਰੇ ਦੀ ਬੱਚੇ ਦੀ ਖਰਾਬ ਹੋਈ ਜਾਂਦੀ ਆ। ਬਹੁਤ ਇੰਟੈਲੀਜੈਂਟ ਸੀ ਬੱਚਾ, ਜਦੋਂ ਆਇਆ ਸੀ ਸਾਡੇ ਕੋਲ ਉਦੋਂ ਇੰਨਾ ਤੇਜ਼ ਆ ਬੱਚਾ, ਤੁਸੀਂ ਦੇਖਿਆ ਗੱਲਾਂ ਬਾਤਾਂ 'ਚ। ਪਰ ਹੁਣ ਉਹ ਵਿਚਾਰਾ ਹੋਰ ਹੀ ਕੁਝ ਕਰੀ ਜਾਂਦਾ। ਮੈਂ ਦੇਖ ਰਿਹਾ ਆਦੀ ਤੇ ਵੀ ਅਸਰ ਪੈ ਰਿਹਾ ਸੀ ਇਹਦਾ। ਇਹ ਵੀ ਬਹੁਤ ਜ਼ਿਆਦਾ ਆਦੀ ਨਾ ਇਸ ਟਾਈਮ ਦਿਮਾਗੀ ਪਰੇਸ਼ਾਨੀ ਜਿਹਦੇ ਵਿੱਚ, ਜਿਵੇਂ ਬੱਚਾ ਹੁੰਦਾ ਇਹਨੂੰ ਕਨਫਿਊਜ਼ਡ ਆ, ਪਤਾ ਹੀ ਨਹੀਂ ਕੌਣ ਸਹੀ ਆ ਕੌਣ ਗਲਤ ਆ, ਨਾ ਪਤਾ ਲੱਗਦਾ ਨਾਨੀ ਸਹੀ ਆ, ਨਾ ਪਤਾ ਲੱਗਦਾ ਦਾਦੀ, ਨਾ ਪਾਪਾ ਸਹੀ ਆ, ਨਾ ਪਤਾ ਲੱਗਦਾ ਮੰਮੀ ਸਹੀ ਆ। ਗਲਤ ਕੌਣ ਆ ਸਹੀ ਕੌਣ ਆ ਇਹ ਵੀ ਨਹੀਂ ਪਤਾ ਲੱਗ ਰਿਹਾ ਇਸ ਟਾਈਮ ਬੱਚੇ ਨੂੰ। ਤਾਂ ਫਿਰ ਰਿਸ਼ਤਿਆਂ ਦੀ ਪਹਿਚਾਣ, ਚੰਗੇ ਮਾੜੇ ਦੀ ਪਹਿਚਾਣ ਕਰਾਉਣ ਵਾਲੇ ਉਹ ਹੱਥ, ਮਾਂ-ਬਾਪ, ਵੱਡੇ, ਜਦੋਂ ਉਹੀ ਉਲਟ ਚੱਲਣ ਲੱਗ ਜਾਣ ਫਿਰ ਬੱਚਾ ਕੀ ਸਮਝੂਗਾ। ਤਾਂ ਇਸ ਕਰਕੇ ਅਸੀਂ ਖੜ੍ਹਦੇ ਪੁੱਤ ਕੋਈ ਨਾ, ਨੀਤੂ ਭੈਣ ਨੂੰ ਅਸੀਂ ਇੱਥੇ ਰੱਖ ਰਹੇ ਹਾਂ। ਨੀਤੂ ਭੈਣ ਸਾਡੇ ਕੋਲ ਰਹਿ ਕੇ ਆਪਣਾ ਟ੍ਰੀਟਮੈਂਟ ਵੀ ਕਰਾਊਗੀ, ਨਾਲੇ ਸੇਵਾ ਵੀ ਕਰਾਊਗੀ। ਸਾਡੇ ਆਦੀ ਨੂੰ ਵੀ ਪੜ੍ਹਾਵਾਂਗੇ ਅਸੀਂ ਇੱਥੇ ਰੱਖ ਕੇ ਨਾ। मैं जो अब वो नहीं बनना पुलिस में, दोनों चीज़ों में से एक फौजी या साइंटिस्ट और साइंटिस्ट बनेगा बनाना ना। ਅਜੇ ਫੌਜੀ ਜਾਂ ਸਾਇੰਟਿਸਟ, ਮਤਲਬ ਕਨਫਿਊਜ਼ ਹੋਇਆ ਫਿਰਦਾ ਸਾਡਾ ਪੁੱਤ। ਬਸ ਅਰਦਾਸ ਕਰਿਓ ਆਦੀ ਵਾਸਤੇ, ਆਦੀ ਦੀ ਮੰਮੀ ਵਾਸਤੇ, ਇਹ ਦੋਨੋਂ ਮਾਂ ਪੁੱਤ ਠੀਕ ਹੋ ਜਾਣ। ਤੇ ਇਹ ਨਾਨੀ ਨੂੰ ਵੀ ਕੋਈ ਨਾ ਮੈਂ ਕਰਦਾ ਗੱਲ, ਲੈ ਲੈਣੇ। ਕਾਹਦੇ ਪੈਸੇ ਲੈਣੇ? अरदास करने के लिए भगवान को हाँ कोई बात नहीं, वो मैं दे देता हूँ। प्रसाद चढ़ाए ठीक तो अनीता नीतू दे देगी बस यही साड़ियाँ बेनतियां सी। बैठ जा भैणे, बैठ जा, एक मिनट बैठ जा। बस सारे अरदास करियो आदि लई, आदि दी मम्मी लई। आ है गया पानी भैणे, नीतू भैणे आ दे पिया पानी। बैठ जा, नहीं पीना उन्होंने पानी। ठीक है जी। वाहिगुरू जी का खालसा, वाहिगुरू जी की फतेह। आदि हुण तू बड़ा होके साइंटिस्ट बनना है ना।